Anand Music presents. जिन्ना तक्या भरोसा तेरे नाम दा उन्हां दे बेड़े पार हो गए। जिन्ना तक्या भरोसा तेरे नाम दा उन्हां दे बेड़े पार हो गए। मेरे प्यारे 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 उन्हां दे बेड़े पार हो गए। जिन्ना तक्या भरोसा तेरे नाम दा उन्हां दे बेड़े पार हो गए। जिन्ना तक्या भरोसा तेरे नाम दा उन्हां दे बेड़े पार हो गए। सत्कारयोग संगत जी, जिन्हां ने प्रभु परमेश्वर दे पावन पवित्र चरनां दा ओट आसरा सहारा तक्या है, उन्हां दे लोक सुखीए ते परलोक सुहेले हो गए। जड़े जीव प्रभु परमेश्वर दे बन गए ते फिर प्रभु परमेश्वर उन्हां दा बन गया। एक ब्राह्मण दे 5 पुत्र सन। सारियां तो छोटा बच्चा हर वेले सत संगत विच जाया करदा है। घर दा कोई काम कार नहीं करदा। उस बच्चे दे माता पिता उस बच्चे तो बहुत तंग आ गए। हर वेले आखिया करन, जे तू साडे घर जन्म ना लैंदा तां चंगा सी। जिस दिन दा तू साडे घर आया है साडा मन बड़ा उदास रहिंदा है। उस नगरी दा जो राजा सी उस दे घर औलाद नहीं सी। उसने औलाद दी खातर बहुत जतन कीते पर सारे निष्फल चले गए। रानी रोज राजे नूं आखिया करे, राजा जी की साडे घर औलाद नहीं आवेगी, असी दुनिया तो औत ही चले जावांगे। क्योंकि जड़ियां मावां ने ਉਹ ਪੁੱਤਰਾਂ ਬਦਲੇ ਖੂਹਾਂ ਵਿੱਚ ਜਾਲ ਪਾਉਂਦੀਆਂ ਨੇ। ਜਿਸ ਮਾਂ ਦੇ ਕੋਲ ਪੁੱਤਰ ਨਹੀਂ ਉਸ ਮਾਂ ਨੂੰ ਪੁੱਛ ਕੇ ਦੇਖਿਆ ਜਾਏ। ਜਿਸ ਪਿਤਾ ਦੇ ਕੋਲ ਪੁੱਤਰ ਨਹੀਂ ਉਸ ਪਿਤਾ ਨੂੰ ਪੁੱਛ ਕੇ ਦੇਖਿਆ ਜਾਏ। ਜਿਸ ਭੈਣ ਦੇ ਕੋਲ ਵੀਰ ਨਹੀਂ ਉਸ ਭੈਣ ਨੂੰ ਪੁੱਛ ਕੇ ਦੇਖਿਆ ਜਾਏ। ਕਿਉਂਕਿ ਭੈਣ ਜਿਹੜੀ ਹੈ ਵੀਰ ਤੋਂ ਬਗੈਰ रखड़ी दा त्योहार नहीं मना सकती। किसे कवि ने लिखिया है मावां दे परथाए, मावां भवें होवन परियां, पैनन पट हंडावन जरियां, शाही घरी विआहियां वरियां, पर पूरा कदी शिंगार ना होवे जे गोदी विच लाल ना होवे। जिस मां दी गोदी दे विच लाल नहीं उस मां दा सुहप्पन चंगा नहीं लगदा। रानी रोज राजे नूं आखिया करे, राजा जी साडे घर की औलाद नहीं होवेगी,
ਅਸੀਂ ਦੁਨੀਆ ਤੋਂ ਅਹੁਤ ਹੀ ਚਲੇ ਜਾਵਾਂਗੇ। ਰਾਣੀ ਦੀ ਗੱਲ ਸੁਣ ਕੇ ਰਾਜੇ ਨੇ ਜੋਤਸ਼ੀਆਂ ਨੂੰ ਬੁਲਾਇਆ। ਜੋਤਸ਼ੀਆਂ ਨੂੰ ਬੁਲਾ ਕੇ ਰਾਜਾ ਪੁੱਛਦਾ ਹੈ ਕਿ ਸਾਡੇ ਕਰਮਾਂ ਵਿੱਚ ਦੇਖੋ ਕਿਤੇ ਪੁੱਤਰ ਨਹੀਂ ਲਿਖਿਆ। ਇੱਕ ਜੋਤਸ਼ੀ ਨੇ ਰਾਜੇ ਨੂੰ ਕਿਹਾ, ਰਾਜਨ ਆਪਦੇ ਘਰ ਔਲਾਦ ਆ ਸਕਦੀ ਹੈ, ਪਰ ਇੱਕ ਸ਼ਰਤ ਹੈ, ਆਪ ਕਿਸੇ ਬੱਚੇ ਨੂੰ ਮੁੱਲ ਖਰੀਦੋ। ਬੱਚੇ ਨੂੰ ਮੁੱਲ ਖਰੀਦ ਕੇ ਉਸ ਬੱਚੇ ਦੀ ਬਲੀ ਦਿੱਤੀ ਜਾਵੇ। ਜਦੋਂ ਤੁਸੀਂ ਬੱਚੇ ਦੀ ਬਲੀ ਦਿਓਗੇ ਤੁਹਾਡੇ ਘਰ ਅਵੱਛ ਲੜਕਾ ਪੈਦਾ ਹੋਵੇਗਾ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਜਿਹੜੇ ਬੱਚੇ ਨੂੰ ਤੁਸੀਂ ਬਲੀ ਦੇਣ ਵਾਸਤੇ ਲਿਆਉਣਾ ਹੈ ਉਸ ਬੱਚੇ ਨੂੰ ਮੁੱਲ ਖਰੀਦਿਆ ਜਾਵੇ। ਕਿਸੇ ਦੇ ਨਾਲ ਧੱਕਾ ਨਹੀਂ ਕਰਨਾ। ਉਸ ਬੱਚੇ ਨੂੰ ਮੁੱਲ ਖਰੀਦ ਕੇ ਜਦੋਂ ਤੁਸੀਂ ਬੱਚੇ ਦੀ ਬਲੀ ਦਿਓਗੇ ਤੁਹਾਡੇ ਘਰ ਅਵੱਛ ਲੜਕਾ ਪੈਦਾ ਹੋਵੇਗਾ। ਜੋਤਸ਼ੀ ਦੀ ਗੱਲ ਸੁਣ ਕੇ ਰਾਜੇ ਨੇ ਸ਼ਹਿਰ ਦੇ ਵਿੱਚ ਢੰਡੋਰਾ ਫਿਰਾ ਦਿੱਤਾ। ਰਾਜਾ ਕਹਿਣ ਲੱਗਾ, ਮੈਂ ਉਸ ਨੂੰ ਮੂੰਹੋਂ ਮੰਗਿਆ ਧਨ ਦੇਵਾਂਗਾ। ਜਿਹੜਾ ਕੋਈ ਆਪਣਾ ਪੁੱਤਰ ਮੇਰੇ ਸਪੁਰਦ ਕਰੇਗਾ, ਮੈਨੂੰ ਵੇਚੇਗਾ, ਮੈਂ ਉਸ ਨੂੰ ਬਹੁਤ ਸਾਰਾ ਧਨ ਦੇਵਾਂਗਾ। ਰਾਜਾ ਕਹਿ ਰਿਹਾ ਹੈ, ਮੂੰਹੋਂ ਮੰਗਿਆ ਉਹਨੂੰ ਮੈਂ ਧਨ ਦੇਵਾਂਗਾ। ਪੁੱਤ ਜੇ ਕੋਈ ਵੇਚਿਆ ਆਪਣਾ, ਮੂੰਹੋਂ ਮੰਗਿਆ ਉਹਨੂੰ ਮੈਂ ਧਨ ਦੇਵਾਂਗਾ। ਪੁੱਤ ਜੇ ਕੋਈ ਵੇਚਿਆ ਆਪਣਾ, ਸੁਣ ਲੋ ਸਾਰੇ ਪੁੱਤ ਜੇ ਕੋਈ ਵੇਚਿਆ ਆਪਣਾ। ਸੁਣ ਲੋ ਸਾਰੇ ਪੁੱਤ ਜੇ ਕੋਈ ਵੇਚਿਆ ਆਪਣਾ। ਮੂੰਹੋਂ ਮੰਗਿਆ ਉਹਨੂੰ ਮੈਂ ਧਨ ਦੇਵਾਂਗਾ। ਪੁੱਤ ਜੇ ਕੋਈ ਵੇਚਿਆ ਆਪਣਾ, ਮੂੰਹੋਂ ਮੰਗਿਆ ਉਹਨੂੰ ਮੈਂ ਧਨ ਦੇਵਾਂਗਾ। ਪੁੱਤ ਜੇ ਕੋਈ ਵੇਚਿਆ ਆਪਣਾ, ਰਾਜੇ ਨੇ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਫਿਰਾ ਦਿੱਤਾ। ਜੇ ਕੋਈ ਆਪਣਾ ਪੁੱਤਰ ਮੇਰੇ ਕੋਲ ਸਪੁਰਦ ਕਰੇਗਾ ਮੈਂ ਉਸ ਨੂੰ ਬਹੁਤ ਸਾਰਾ ਧਨ ਦੇਵਾਂਗਾ। ਜੇ ਕੋਈ ਪੁੱਤਰ ਆਪਣਾ ਵੇਚਣਾ ਚਾਹੇ ਤੇ ਉਹ ਮੇਰੇ ਕੋਲ ਆ ਕੇ ਧਨ ਲਿਜਾ ਸਕਦਾ ਹੈ। ਇਹ ਆਵਾਜ਼ ਉਸ ਨਿਭਾਗਨ ਮਾਂ ਤੇ ਪਿਤਾ ਨੇ ਸੁਣ ਲਿਆ। ਵਿਚਾਰ ਕੀਤੀ ਬੈਠ ਕੇ ਕਿ ਇਹ ਜਿਹੜਾ ਬੱਚਾ ਆਪਣਾ ਨਿਕਾਰਾ ਹੈ, ਘਰ ਦਾ ਕੋਈ ਕੰਮਕਾਰ ਨਹੀਂ ਕਰਦਾ, ਜਿੱਥੇ ਬੈਠ ਜਾਂਦਾ ਚੌਂਕੜਾ ਲਾ ਲੈਂਦਾ, ਪਤਾ ਨਹੀਂ ਕਿ ਗੁਣ ਗਣਾਉਂਦਾ ਰਹਿੰਦਾ। ਹੋਵੇ ਨਾ ਕਿ ਇਸ ਬੱਚੇ ਨੂੰ ਉਸ ਰਾਜੇ ਦੇ ਪਾਸ ਵੇਚ ਦਈਏ ਤੇ ਰਾਜਾ ਆਪਾਂ ਨੂੰ ਬਹੁਤ ਸਾਰਾ ਧਨ ਦੇਵੇਗਾ। ਸਲਾਹ ਕਰਕੇ ਪਤੀ ਪਤਨੀ ਨੇ ਉਸ ਬੱਚੇ ਨੂੰ ਬਾਂਹ ਤੋਂ ਪਕੜ ਲਿਆ ਤੇ ਰਾਜੇ ਦੀ ਕਚਹਿਰੀ ਵਿੱਚ ਲੈ ਆਏ। ਰਾਜਾ ਕਹਿਣ ਲੱਗਾ, ਭਾਈ ਇਸ ਬੱਚੇ ਨੂੰ ਤੁਸੀਂ ਵੇਚਣ ਵਾਸਤੇ ਆਏ ਹੋ? ਉਹ ਕਹਿਣ ਲੱਗੇ, ਹਾਂਜੀ ਆਪ ਦਾ ਢੰਡੋਰਾ ਸੁਣਿਆ ਕਿ ਆਪ ਮੂੰਹੋਂ ਮੰਗਿਆ ਧਨ ਦਿਓਗੇ। ਰਾਜਾ ਕਹਿਣ ਲੱਗਾ,
ਤੁਹਾਨੂੰ ਇਹ ਵੀ ਸੁਣ ਗਿਆ ਹੋਣਾ ਹੈ ਕਿ ਇਸ ਤੁਹਾਡੇ ਬੱਚੇ ਨੂੰ ਕਤਲ ਕੀਤਾ ਜਾਣਾ। ਜਿਹੜੇ ਬੱਚੇ ਨੂੰ ਮੈਂ ਮੁੱਲ ਖਰੀਦਣਾ ਉਸ ਦੀ ਬਲੀ ਦਿੱਤੀ ਜਾਣੀ ਹੈ, ਉਸ ਬੱਚੇ ਦੇ ਟੋਟੇ ਕੀਤੇ ਜਾਣੇ ਨੇ। ਉਸ ਬੱਚੇ ਦਾ ਮੈਂ ਖੂਨ ਲੈ ਕੇ ਤੇ ਟੋਟੇ ਜਿਹੜੇ ਨੇ ਉਹ ਜ਼ਮੀਨ ਦੇ ਵਿੱਚ ਦੱਬ ਦੇਣੇ ਨੇ। ਉਹ ਕਹਿਣ ਲੱਗੇ ਰਾਜਨ, ਜਦੋਂ ਅਸੀਂ ਤੁਹਾਡੇ ਕੋਲ ਵੇਚ ਦਿੱਤਾ, ਅੱਗੇ ਤੁਹਾਡੀ ਮਰਜ਼ੀ ਹੈ, ਸਾਨੂੰ ਤਾਂ ਧਨ ਦੀ ਲੋੜ ਹੈ। ਰਾਜਾ ਸੁਣ ਕੇ ਢੰਡੋਰਾ ਆਪ ਦਾ, ਅਸੀਂ ਆਏ ਪੁੱਤ ਵੇਚਣੇ ਨੂੰ। ਰਾਜਾ ਸੁਣ ਕੇ ਢੰਡੋਰਾ ਆਪ ਦਾ, ਅਸੀਂ ਆਏ ਪੁੱਤ ਵੇਚਣੇ ਨੂੰ। ਰਾਜਾ ਸੁਣ ਕੇ ਢੰਡੋਰਾ ਆਪ ਦਾ, ਆਏ ਪੁੱਤ ਵੇਚਣੇ ਨੂੰ। ਰਾਜਾ ਸੁਣ ਕੇ ਢੰਡੋਰਾ ਆਪ ਦਾ, ਅਸੀਂ ਆਏ ਪੁੱਤ ਵੇਚਣੇ ਨੂੰ। ਰਾਜਾ ਸੁਣ ਕੇ ਢੰਡੋਰਾ ਆਪ ਦਾ, ਅਸੀਂ ਆਏ ਪੁੱਤ ਵੇਚਣੇ ਨੂੰ। ਰਾਜਾ ਜੀ ਆਪ ਦਾ ਢੰਡੋਰਾ ਸੁਣਿਆ, ਅਸੀਂ ਪੁੱਤ ਵੇਚਣ ਵਾਸਤੇ ਆਏ ਹਾਂ। ਰਾਜਾ ਕਹਿਣ ਲੱਗਾ, ਜਾਓ, ਮੇਰੇ ਖਜ਼ਾਨੇ ਦੇ ਵਿੱਚੋਂ ਤੁਹਾਨੂੰ ਜਿੰਨਾ ਧਨ ਚਾਹੀਦਾ ਹੈ ਜਾ ਕੇ ਲੈ ਸਕਦੇ ਹੋ। ਧਨ ਲੈ ਕੇ ਮਾਤਾ ਪਿਤਾ ਵਾਪਸ ਤੁਰ ਪਏ। ਬੱਚਾ ਦੇਖ ਕੇ ਹੈਰਾਨ ਰਹਿ ਗਿਆ, ਇਹ ਮੇਰੇ ਮਾਤਾ ਪਿਤਾ ਨੇ ਕੀ ਕੀਤਾ? ਮੈਨੂੰ ਕਤਲ ਕਰਵਾਉਣ ਵਾਸਤੇ ਰਾਜੇ ਦੇ ਕੋਲੋਂ ਮਾਇਆ ਲੈ ਲਈ, ਧਨ ਲੈ ਲਿਆ, ਪੈਸੇ ਲੈ ਕੇ ਵਾਪਸ ਤੁਰੇ ਜਾ ਰਹੇ ਨੇ। ਬੱਚਾ ਦੇਖੀ ਜਾ ਰਿਹਾ ਹੈ ਆਪਣੇ ਮਾਤਾ ਪਿਤਾ ਵੱਲੇ। ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਸੱਦਿਆ, ਵਜ਼ੀਰਾਂ ਨੂੰ ਸੱਦਿਆ, ਨਾਲ ਜੁਲਾਦਾਂ ਨੂੰ ਵੀ ਸੱਦ ਲਿਆ। ਰਾਜਾ ਕਹਿਣ ਲੱਗਾ, ਇਸ ਬੱਚੇ ਨੂੰ ਪਕੜ ਕੇ ਰਾਵੀ ਦਰਿਆ ਦੇ ਕਿਨਾਰੇ ਲੈ ਜਾਓ। ਰਾਵੀ ਦਰਿਆ ਦੇ ਕਿਨਾਰੇ ਲਿਜਾ ਕੇ ਇਸ ਬੱਚੇ ਦਾ ਕਤਲ ਕਰ ਦਿਓ, ਇਸ ਬੱਚੇ ਦੇ ਟੋਟੇ ਕਰ ਦਿਓ। ਬਹੁਤ ਸਾਰਾ ਇਹਦਾ ਖੂਨ ਲੈ ਕੇ ਤੁਸਾਂ ਨੇ ਵਾਪਸ ਆ ਜਾਣਾ ਹੈ, ਤੇ ਜਿਹੜੇ ਟੋਟੇ ਨੇ ਉਸ ਰਾਵੀ ਦਰਿਆ ਦੇ ਕਿਨਾਰੇ ਦੱਬ ਦੇਣੇ ਨੇ। ਉਸ ਬੱਚੇ ਨੂੰ ਜਲਾਦਾਂ ਨੇ ਪਕੜ ਲਿਆ, ਰਾਵੀ ਦਰਿਆ ਦੇ ਕਿਨਾਰੇ ਲੈ ਗਏ। ਉਧਰੋਂ ਰਾਜਾ ਆਪ ਮਹਿਲਾਂ ਦੇ ਉੱਪਰ ਚੜ੍ਹ ਕੇ ਦੇਖ ਰਿਹਾ ਕਿ ਉਸ ਬੱਚੇ ਨੂੰ ਕਿਵੇਂ ਕਤਲ ਕਰਨਗੇ। ਕਿਤੇ ਇਉਂ ਤਾਂ ਨਹੀਂ ਹੁੰਦਾ ਕਿ ਉਸ ਬੱਚੇ ਦੇ ਇੱਕ ਦੋ ਅੰਗ ਕੱਟ ਕੇ ਤੇ ਮੈਨੂੰ ਆ ਕੇ ਕਹਿ ਦੇਣ ਕਿ ਰਾਜਨ ਉਸ ਬੱਚੇ ਨੂੰ ਅਸੀਂ ਕਤਲ ਕਰ ਆਏ ਹਾਂ। ਰਾਜਾ ਆਪ ਮਹਿਲਾਂ ਦੇ ਉੱਪਰ ਚੜ੍ਹ ਕੇ ਦੇਖਣ ਲੱਗ ਪਿਆ। ਉਸ ਬੱਚੇ ਨੂੰ ਜਦੋਂ ਜਲਾਦ ਕਤਲ ਕਰਨ ਲੱਗੇ, ਉਸ ਬੱਚੇ ਤੋਂ ਪੁੱਛਿਆ ਗਿਆ ਕਿ ਭਾਈ ਬੱਚਾ, ਤੇਰੀ ਕੋ ਆਖਰੀ ਖੁਆਇਸ਼ ਹੈ? ਕਿਉਂਕਿ ਜਦੋਂ ਵੀ ਕਿਸੇ ਮੁਰਜ਼ਮ ਨੂੰ, ਕਿਸੇ ਗੁਨਾਹਗਾਰ ਨੂੰ ਫਾਂਸੀ ਦਿੱਤੀ ਜਾਂਦੀ ਹੈ, ਫਾਂਸੀ ਦੇਣ ਸਮੇਂ ਉਸ ਤੋਂ ਪੁੱਛਿਆ ਜਾਂਦਾ ਹੈ, ਭਾਈ ਤੇਰੀ ਕੋ ਆਖਰੀ ਖੁਆਇਸ਼ ਹੈ? ਤੂੰ ਕਿਸੇ ਰਿਸ਼ਤੇਦਾਰ ਸਾਕ ਸੰਬੰਧੀ ਨੂੰ ਮਿਲਣਾ, ਕਿਸੇ ਭੈਣ ਭਰਾ ਨੂੰ ਮਿਲਣਾ, ਜਾਂ ਕੁਝ ਖਾਣਾ ਪੀਣਾ ਤੇ ਉਹ ਖਾ ਪੀ ਲੈ, ਤੈਨੂੰ ਅੱਜ ਫਾਂਸੀ ਦਿੱਤੀ ਜਾਣੀ ਹੈ। ਇਸ ਬੱਚੇ ਨੂੰ ਵੀ ਜੁਲਾਦਾ ਨੇ ਪੁੱਛਿਆ, ਭਾਈ ਬੱਚਾ, ਤੇਰੀ ਕੋ ਆਖਰੀ ਖੁਆਇਸ਼ ਹੈ? ਤੈਨੂੰ ਅੱਜ ਹੁਣੇ
कत्ल कर देना है, तैनू मार के खत्म कर देना है। तेरी को आखिरी ख्वाहिश है। उस बच्चे नू जलाद पुछ रहे ने, तैनू मार के मुका देना बच्चे, तैं आखिरी ख्वाहिश दस दे। तैनू मार के मुका देना बच्चे, तैं आखिरी ख्वाहिश दस दे। बच्चा तैं आखिरी ख्वाहिश दस दे। तैनू मार के मुका देना बच्चा, तैं आखिरी ख्वाहिश दस दे। जलाद उस बच्चे नू कहन लगे, बच्चा तैनू हुणे कत्ल कर देना, तेरी को आखिरी ख्वाहिश है। किसे तू रिश्तेदार नू मिलना या किसे भैन भरा नू मिलना, किसे माता पिता नू मिलना, जा कुछ खाना पीना ते ओ तू खा पी लै। तैनू अज हुणे मार के मुका देना, क्योंकि सानू राजे दा हुक्म है। वो बच्चा कहन लगा, मैं किसे नू काहदा मिलना, ना कुछ मैं खाना पीना है। जलाद कहन लगे, फिर तेरी आखिरी ख्वाहिश की है? वो बच्चा कहन लगा, मैनू 5-7 मिनट का समा दिता जावे, मैं उस निरंकार का शुकराना कर लवां। उस बच्चे ने की कीता सत्कारयोग संगत जी, चौंकड़ा मार लिया। चौंकड़ा मार के उस बच्चे ने 4 ढेरियां बना लियां। 4 ढेरियां बना के ते उठ खड़ोता। उन्हां 4 ढेरियां दी परिक्रमा करनियां शुरू कर दित्तियां। पहली ढेरी दियां परिक्रमा कीतियां ते ओ ढेरी ढा दित्ती, पैरां नाल मल दित्ती। दूसरी ढेरी दियां भी परिक्रमा कीतियां ते ओ भी ढेरी ढा दित्ती। तीसरी ढेरी दे कोल गया, उदियां भी परिक्रमा कीतियां ते ओ भी ढेरी ढा दित्ती। जदों चौथी ढेरी दे कोल गया, परिक्रमा कर रहा है ते नाल ही निरंकार नू याद कर रहा है। बेनती कर रहा है निरंकार दे चरणां विच, अवर ओट मैं सगली देखी, एक तेरी ओट रहाई है। हे निरंकार प्रभु परमेश्वर, मैनू एक आसरा रह गया ते सिर्फ तेरा रह गया, होर मैनू किसे दा आसरा नहीं रह गया। ते निरंकार दे चरणां विच ओह बच्चा बेनती कर रहा है, होर सभे ढाइयां ढेरियां एक तक्या आसरा तेरा। हे निरंकार मैनू तेरा आसरा रह गया। निरंकार नू संबोधन करके बच्चा कह रहा है, एक तक्या आसरा तेरा ते होर सभे ढाइयां ढेरियां, एक तक्या आसरा तेरा ते होर सभे ढाइयां ढेरियां। एक तक्या
ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਆਸਰਾ ਤੇਰਾ, ਹੋਰ ਸਭੇ ਢਾਈਆਂ ਢੇਰੀਆਂ। ਮੇਰੇ ਦਾਤਾ ਜੀ ਮੈਂ ਹੋਰ ਸਭੇ ਢਾਈਆਂ ਢੇਰੀਆਂ। ਮੇਰੇ ਦਾਤਾ ਜੀ ਮੈਂ ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਆਸਰਾ ਤੇਰਾ, ਆਸਰਾ ਤੇਰਾ ਤੇ ਹੋਰ ਸਭੇ ਢਾਈਆਂ ਢੇਰੀਆਂ। ਨਿਰੰਕਾਰ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ, ਨਿਰੰਕਾਰ ਮੈਨੂੰ ਇੱਕ ਤੇਰਾ ਆਸਰਾ ਰਹਿ ਗਿਆ, ਹੋਰ ਮੇਰਾ ਕੋਈ ਆਸਰਾ ਨਹੀਂ ਰਹਿ ਗਿਆ। ਜਿਹੜੀ ਚੌਥੀ ਢੇਰੀ ਉਹ ਨਾ ਢਾਈ। ਉਧਰੋਂ ਰਾਜਾ ਆਪਣੇ ਮਹਿਲਾਂ ਦੇ ਉੱਪਰ ਤੜਕੇ ਦੇਖ ਰਿਹਾ ਸੀ, ਆਪਦੇ ਅਹਿਲਕਾਰਾਂ ਨੂੰ ਕੱਲਿਆ ਕਿ ਅਜੇ ਉਸ ਬੱਚੇ ਨੂੰ ਕਤਲ ਨਹੀਂ ਕਰਨਾ, ਮੈਂ ਉਹਦੇ ਤੋਂ ਇੱਕ ਸਵਾਲ ਪੁੱਛਣਾ, ਬਾਅਦ ਵਿੱਚ ਉਸ ਬੱਚੇ ਨੂੰ ਕਤਲ ਕਰਨਾ। ਅਹਿਲ ਕਰ ਗਏ, ਜਲਾਦਾ ਨੂੰ ਕਹਿਣ ਲੱਗੇ ਅਜੇ ਬੱਚੇ ਨੂੰ ਕਤਲ ਨਾ ਕਰਿਆ ਜੇ। ਰਾਜੇ ਨੇ ਇਸ ਬੱਚੇ ਨੂੰ ਵਾਪਸ ਬੁਲਾਇਆ। ਸਤਿਕਾਰਯੋਗ ਸੰਗਤ ਜੀ, ਜਦੋਂ ਉਸ ਬੱਚੇ ਨੂੰ ਵਾਪਸ ਲਿਆਂਦਾ ਗਿਆ, ਰਾਜੇ ਦੀ ਕਚਹਿਰੀ ਦੇ ਵਿੱਚ ਖੜਾ ਕੀਤਾ ਗਿਆ। ਰਾਜਾ ਉਸ ਬੱਚੇ ਨੂੰ ਸਵਾਲ ਪੁੱਛਦਾ, ਕਹਿਣ ਲੱਗਾ ਬੱਚਾ, ਜਦੋਂ ਤੈਨੂੰ ਕਤਲ ਕਰਨ ਲੱਗੇ ਤੂੰ 4 ਢੇਰੀਆਂ ਬਣਾਈਆਂ, 4 ਢੇਰੀਆਂ ਬਣਾ ਕੇ ਤਿੰਨਾਂ ਦੀਆਂ ਪਰਿਕਰਮਾ ਕਰਕੇ 3 ਢਾਹ ਦਿੱਤੀਆਂ, ਤੇ ਚੌਥੀ ਢੇਰੀ ਤੂੰ ਕਿਉਂ ਨਹੀਂ ਢਾਈ? ਬੱਚਾ ਕਹਿਣ ਲੱਗਾ, ਰਾਜਨ, ਜਿਹੜੀ ਪਹਿਲੀ ਢੇਰੀ ਸੀ ਨਾ, ਉਹ ਮੇਰੇ ਮਾਤਾ ਪਿਤਾ ਦੀ ਸੀ, ਕਿਉਂਕਿ ਮਾਤਾ ਪਿਤਾ ਬੱਚੇ ਦੇ ਰੱਖਿਅਕ ਹੁੰਦੇ ਨੇ। ਤੇ ਅੱਜ ਮੇਰੇ ਮਾਤਾ ਪਿਤਾ ਨੇ ਪੈਸੇ ਦੀ ਖਾਤਰ, ਧਨ ਦੀ ਖਾਤਰ ਮੈਨੂੰ ਤੁਹਾਡੇ ਕੋਲ ਵੇਚ ਦਿੱਤਾ, ਇਸ ਕਰਕੇ ਉਹ ਮੇਰੇ ਮਾਤਾ ਪਿਤਾ ਕਾਹਦੇ ਰਹਿ ਗਏ। ਮੈਂ ਆਪਣੇ ਮਾਤਾ ਪਿਤਾ ਨਾਲੋਂ ਰਿਸ਼ਤਾ ਨਾਤਾ ਤੋੜ ਲਿਆ, ਖਤਮ ਕਰ ਲਿਆ, ਕਿਉਂਕਿ ਧਨ ਦੀ ਖਾਤਰ ਤੁਹਾਡੇ ਕੋਲ ਵੇਚ ਦਿੱਤਾ। ਉਹ ਫਿਰ ਮੇਰੇ ਮਾਤਾ ਪਿਤਾ ਕਾਹਦੇ ਰਹਿ ਗਏ। ਆਖਿਆ ਫਿਰ ਦੂਸਰੀ ਢੇਰੀ, ਆਖਿਆ ਦੂਸਰੀ ਢੇਰੀ ਰਿਸ਼ਤੇਦਾਰ ਸਾਗ ਸੰਬੰਧੀਆਂ ਦੀ ਸੀ, ਜਿਹੜੇ ਕਹਿੰਦੇ ਸਨ ਸਾਡਾ ਬੜਾ ਰਿਸ਼ਤੇਦਾਰ ਹੈ, ਪਰ ਅੱਜ ਮੈਨੂੰ ਛਡਾਉਣ ਵਾਸਤੇ ਤੁਹਾਡੇ ਕੋਲ ਕਿਸੇ ਨੇ ਆ ਕੇ ਫਰਿਆਦ ਨਹੀਂ ਕੀਤੀ ਕਿ ਇਸ ਬੱਚੇ ਦਾ ਕੋਈ ਗੁਨਾਹ ਨਹੀਂ, ਇਸ ਬੱਚੇ ਨੂੰ ਛੱਡ ਦਿਓ। ਇਸ ਕਰਕੇ ਮੈਂ ਆਪਦੇ ਰਿਸ਼ਤੇਦਾਰ ਸਾਕ ਸੰਬੰਧੀਆਂ ਨਾਲੋਂ ਵੀ ਰਿਸ਼ਤਾ ਨਾਤਾ ਤੋੜ ਲਿਆ। ਆਖਿਆ ਤੀਸਰੀ ਢੇਰੀ, ਆਖਿਆ ਤੀਸਰੀ ਢੇਰੀ ਰਾਜੇ ਦੀ ਹੁੰਦੀ ਹੈ। ਰਾਜਾ ਲੋਕਾਂ ਦੇ ਨਾਲ ਨਿਆਂ ਕਰਦਾ, ਮੇਰੇ ਨਾਲ ਅਨਿਆਂ ਹੋ ਰਿਹਾ, ਕਿਉਂਕਿ ਤੁਸੀਂ ਆਪ ਹੀ ਮੈਨੂੰ ਮੁੱਲ ਖਰੀਦ ਕੇ ਕਤਲ ਕਰਵਾ ਰਹੇ ਹੋ, ਕਤਲ ਕਰਵਾਉਣ ਵਾਸਤੇ ਤੁਲੇ ਹੋਏ ਹੋ, ਫਿਰ ਤੁਸਾਂ ਨੇ ਮੇਰੀ ਰੱਖਿਆ ਕਾਹਦੀ ਕਰਨੀ ਹੈ। ਇਸ ਕਰਕੇ ਮੈਂ ਤੁਹਾਡੀ ਵੀ ਢੇਰੀ ਢਾਹ ਦਿੱਤੀ ਹੈ। ਆਖਿਆ ਚੌਥੀ ਢੇਰੀ, ਆਖਿਆ ਚੌਥੀ ਢੇਰੀ ਮੇਰੀ ਉਸ ਨਿਰੰਕਾਰ ਦੀ ਰਹਿ ਗਈ ਹੈ। ਇੱਕ ਮੈਨੂੰ ਆਸਰਾ ਰਹਿ ਗਿਆ ਹੈ ਕੇਵਲ ਤੇ ਕੇਵਲ ਪਰਮੇਸ਼ਰ ਦਾ, ਉਸ ਨਿਰੰਕਾਰ ਦਾ, ਉਸ ਪ੍ਰਭੂ ਦਾ। ਚਾਹੇ ਉਹ ਮੈਨੂੰ ਮਾਰ ਦੇਵੇ,
ਚਾਹੇ ਉਹ ਮੈਨੂੰ ਰੱਖ ਲਵੇ, ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਰਹਿ ਗਿਆ, ਆਸਰਾ ਤਾਂ ਕੇਵਲ ਪਰਮੇਸ਼ਰ ਦਾ ਰਹਿ ਗਿਆ। ਰਾਜਾ ਕਹਿਣ ਲੱਗਾ ਅੱਜ ਤਿੱਕਰ ਮੈਂ ਇਹੋ ਜਿਹਾ ਬੱਚਾ ਕਿਤੇ ਨਹੀਂ ਦੇਖਿਆ। ਬੜੀਆਂ ਸੁਲਝੀਆਂ ਗੱਲਾਂ, ਬੜੇ ਸੁਲਝੇ ਵਿਚਾਰ ਇਸ ਦੇ, ਬੜੀਆਂ ਸਿਆਣੀਆਂ ਗੱਲਾਂ ਕਰਦਾ ਹੈ। ਮੈਂ ਪੁੱਤਰ ਵਾਸਤੇ ਇਸ ਨੂੰ ਕਤਲ ਕਰਵਾਉਣਾ ਚਾਹੁੰਦਾ ਸੀ, ਹੋਵੇ ਨਾ ਕਿ ਮੈਂ ਇਸ ਨੂੰ ਆਪਦਾ ਪੁੱਤਰ ਬਣਾ ਲਵਾਂ। ਆਪਦੇ ਵਜ਼ੀਰਾਂ ਨੂੰ ਰਾਜਾ ਕਹਿਣ ਲੱਗਾ ਇੱਕ ਚੰਦਨ ਦੀ ਚੌਂਕੀ ਤਿਆਰ ਕੀਤੀ ਜਾਵੇ, ਇੱਕ ਸੁੰਦਰ ਪੋਸ਼ਾਕ ਬਣਾਈ ਜਾਵੇ। ਸੁੰਦਰ ਪੋਸ਼ਾਕ ਤਿਆਰ ਕੀਤੀ ਗਈ, ਚੰਦਨ ਦੀ ਚੌਂਕੀ ਤਿਆਰ ਕੀਤੀ ਗਈ। ਰਾਜਾ ਕਹਿਣ ਲੱਗਾ ਇਸ ਬੱਚੇ ਨੂੰ ਇਸ਼ਨਾਨ ਕਰਵਾ ਕੇ ਇਸ ਚੰਦਨ ਦੀ ਚੌਂਕੀ ਦੇ ਉੱਪਰ ਬਿਠਾ ਕੇ ਨਵੇਂ ਵਸਤਰ ਪਾ ਕੇ ਉਵੇਂ ਕੀਤਾ ਗਿਆ। ਸਤਿਕਾਰਯੋਗ ਸੰਗਤ ਜੀ, ਉਸ ਬੱਚੇ ਨੂੰ ਚੰਦਨ ਦੀ ਚੌਂਕੀ ਦੇ ਉੱਪਰ ਬਿਠਾ ਕੇ ਨਵੇਂ ਵਸਤਰ ਪਾ ਕੇ ਰਾਜਾ ਕਹਿਣ ਲੱਗਾ ਜਿੰਨਾ ਮੇਰਾ ਰਾਜ ਭਾਗ ਹੈ ਨਾ, ਇਸ ਬੱਚੇ ਦੇ ਨਾਮ ਲਿਖ ਦਿੱਤਾ ਜਾਵੇ। ਲਿਖ ਦਿੱਤਾ ਗਿਆ। ਸਤਿਕਾਰਯੋਗ ਸੰਗਤ ਜੀ, ਜਿਤਨਾ ਵੀ ਰਾਜ ਭਾਗ ਸੀ ਉਸ ਬੱਚੇ ਦੇ ਨਾਮ ਲਿਖ ਦਿੱਤਾ। ਤੱਕੋ ਸਤਿਕਾਰਯੋਗ ਸੰਗਤ ਜੀ, ਉਸ ਬੱਚੇ ਨੇ ਪਰਮੇਸ਼ਰ ਦਾ ਆਸਰਾ ਤੱਕਿਆ, ਪਰਮੇਸ਼ਰ ਦੀ ਓਟ ਤੱਕੀ ਤੇ ਉਹਦੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਗਏ। ਕਹਿਣ ਦਾ ਭਾਵ ਹੈ ਸਤਿਕਾਰਯੋਗ ਸੰਗਤ ਜੀ, ਜਿਹੜੇ ਜੀਵ ਪ੍ਰਭੂ ਪਰਮੇਸ਼ਰ ਦੇ ਬਣ ਜਾਂਦੇ ਨੇ, ਪ੍ਰਭੂ ਪਰਮੇਸ਼ਰ ਦਾ ਓਟ ਆਸਰਾ ਸਹਾਰਾ ਤੱਕ ਲੈਂਦੇ ਨੇ, ਉਹਨਾਂ ਦੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਂਦੇ ਨੇ। ਕਿਹਨਾਂ ਦੇ? ਜਿਨ੍ਹਾਂ ਨੇ ਭਾਈ ਜਪਿਆ ਉਸ ਨਿਰੰਕਾਰ ਨੂੰ, ਉਸ ਨਿਰੰਕਾਰ ਦਾ ਆਸਰਾ ਲਿਆ ਹੈ। ਜਿਨ੍ਹਾਂ ਤੱਕਿਆ ਭਰੋਸਾ ਤੇਰੇ ਚਰਨਾਂ ਦਾ, ਉਹਨਾਂ ਦੇ ਬੇੜੇ ਪਾਰ ਹੋ ਗਏ। ਜਿਨ੍ਹਾਂ ਤੱਕਿਆ ਭਰੋਸਾ ਤੇਰੇ ਨਾਮ ਦਾ, ਉਹਨਾਂ ਦੇ ਬੇੜੇ ਪਾਰ ਹੋ ਗਏ। ਜਿਨ੍ਹਾਂ ਤੱਕਿਆ ਭਰੋਸਾ ਤੇਰੇ ਨਾਮ ਦਾ, ਭਰੋਸਾ ਤੇਰੇ ਨਾਮ ਦਾ, ਉਹਨਾਂ ਦੇ ਬੇੜੇ ਪਾਰ ਹੋ ਗਏ। ਜਿਨ੍ਹਾਂ ਤੱਕਿਆ ਭਰੋਸਾ ਤੇਰੇ ਨਾਮ ਦਾ, ਉਹਨਾਂ ਦੇ ਬੇੜੇ ਪਾਰ ਹੋ ਗਏ। ਜਿਨ੍ਹਾਂ ਤੱਕਿਆ ਭਰੋਸਾ ਤੇਰੇ, ਉਹਨਾਂ ਦੇ ਬੇੜੇ ਪਾਰ ਹੋ ਗਏ। ਅਰੇ ਉਹਨਾਂ ਦੇ ਬੇੜੇ ਪਾਰ ਹੋ ਗਏ। ਮੇਰੇ ਪਿਆਰੇ ਉਹਨਾਂ ਦੇ ਬੇੜੇ ਪਾਰ ਹੋ ਗਏ। ਮੇਰੇ ਪਿਆਰੇ ਉਹਨਾਂ ਦੇ ਬੇੜੇ ਪਾਰ ਹੋ ਗਏ। ਮੇਰੇ ਪਿਆਰੇ ਉਹਨਾਂ ਦੇ ਬੇੜੇ ਪਾਰ ਹੋ ਗਏ। ਜਿਨ੍ਹਾਂ ਤੇਰੇ ਚਰਨਾਂ ਦਾ ਭਰੋਸਾ ਤੇ ਪਾਰ ਹੋ ਗਏ। ਮੇਰੇ ਪਿਆਰੇ ਉਹਨਾਂ ਦੇ ਬੇੜੇ 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 ਪਾਰ ਹੋ ਗਏ। ਜਿਨ੍ਹਾਂ ਤੱਕਿਆ ਭਰੋਸਾ ਤੇਰੇ ਚਰਨਾਂ ਦਾ, ਭਰੋਸਾ ਤੇਰੇ ਚਰਨਾਂ ਦਾ, ਉਹਨਾਂ ਦੇ ਬੇੜੇ